On the eve of Doctors Day, ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਪੁਰੀ ਡੈਂਟਲ ਕਲੀਨਿਕ। ਪੁਰੀ ਡੈਂਟਲ ਕਲੀਨਿਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਲੰਧਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਖਾਸ ਗੱਲ ਕਿ ਇਹ ਸਮੇਂ ਦੇ ਨਾਲ ਬਦਲਦੇ ਰਹੇ ਨੇ। ਡਾਕਟਰ ਅੰकुश पुरी जी जो कि MDS ਨੇ ਮਰੀਜ਼ਾਂ ਲਈ ਇੱਕ ਵਰਦਾਨ ਨੇ। ਪੁਰੀ ਡੈਂਟਲ ਕਲੀਨਿਕ ਨੇ ਆਪਣੇ ਆਪ ਨੂੰ ਸਮੇਂ-ਸਮੇਂ ਤੇ ਅਪਡੇਟ ਕੀਤਾ ਹੈ, ਨਵੀਆਂ ਮਸ਼ੀਨਰੀਜ਼ ਦਾ ਇਸਤੇਮਾਲ ਕਰਦੇ ਆ ਰਹੇ ਨੇ। ਇਹ ਸੇਵਾਵਾਂ ਸਿਰਫ ਜਲੰਧਰ ਤੱਕ ਮਹਦੂਦ ਨਹੀਂ ਹਨ, ਸ਼ਾਹਕੋਟ ਵਾਲਿਆਂ ਦੀ ਪੁਰਜ਼ੋਰ ਡਿਮਾਂਡ ਦੇ ਉੱਪਰ ਪੁਰੀ ਡੈਂਟਲ ਕਲੀਨਿਕ ਸ਼ਾਹਕੋਟ ਵਿਖੇ ਵੀ ਚੱਲ ਰਿਹਾ ਹੈ। ਤੇ ਆਓ ਫਿਰ ਲੈ ਕੇ ਚੱਲਦੇ ਹਾਂ ਤੁਹਾਨੂੰ ਪੁਰੀ ਡੈਂਟਲ ਕਲੀਨਿਕ ਜਲੰਧਰ। ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਤੁਹਾਡਾ ਡਾਕਟਰ ਅੰकुश पुरी ਦੇ ਨਾਲ ਜਦੋਂ ਤੁਸੀਂ ਆਉਂਦੇ ਹੋ? ਕਿੰਨੀ ਦੇਰ ਤੋਂ ਆ ਰਹੇ ਹੋ? ਅਸੀਂ ਐਕਚੁਅਲੀ ਡਾਕਟਰ ਸਾਹਿਬ ਨੂੰ ਬੜੀ ਦੇਰ ਦਾ ਜਾਣਦੇ ਹਾਂ, ਤਾਂ ਜਲੰਧਰ ਦੇ ਇੱਕ ਬਹੁਤ ਅੱਛੇ ਡੈਂਟਿਸਟ ਨੇ ਔਰ ਸਾਡਾ ਬੜਾ ਅੱਛਾ ਐਕਸਪੀਰੀਅੰਸ ਰਿਹਾ ਇਹਨਾਂ ਨਾਲ। ਕਾਫੀ ਟਾਈਮ ਹੋ ਗਿਆ, ਕਾਫੀ ਟ੍ਰੀਟਮੈਂਟ ਕਰਵਾਏ ਨੇ, ਬਲਕਿ ਇੰਪਲਾਂਟਸ ਵੀ ਕਰਵਾਏ ਨੇ। ਔਰ ਮੇਰੀ ਸਿਸਟਰ ਲੰਡਨ ਤੋਂ ਆਏ ਸੀ, ਉਹ ਵੀ ਉਹਨਾਂ ਨੇ ਵੀ ਆ ਕੇ ਇੱਥੇ ਟ੍ਰੀਟਮੈਂਟ ਕਰਵਾਇਆ। ਔਰ ਡਾਕਟਰ ਸਾਹਿਬ ਇਜ਼ ਅ ਵੈਰੀ ਗੁੱਡ ਡਾਕਟਰ ਐਂਡ ਮੋਰ ਦੈਨ दैट इज़ अ वेरी गुड पर्सन और वेरी गुड पर्सनैलिटी आल्सो। तो समटाइम्स आई कम आई से डॉक्टर साहब वी आर प्राउड ऑफ यू, क्योंकि वो पेशेंट की जिस तरह से कदर करते हैं, ऐसा नहीं कि देखा उसको और जो ट्रीटमेंट किया वो बात नहीं, उनकी फीलिंग्स को समझते हैं और ट्रीटमेंट इनका बहुत कंप्लीट होता है। एंड ही इज़ अ वेरी प्रोफेशनल डॉक्टर। और कभी भी अभी तक मेरे हिसाब से जितने भी पेशेंट आए हैं सब अच्छे से सेटिस्फाई हो। ट्रीटमेंट के साथ इनका स्टाफ भी बहुत अच्छा है, इन्होंने हर काम के लिए अलग अलग स्टाफ मेंबर रखे हैं। कभी ऐसा नहीं हुआ कि काउंटर खाली हो, रिसेप्शनिस्ट भी है, हेल्पर्स भी हैं। और सबसे बड़ी बात कि दांत ऐसी चीज़ है कि अगर मुंह में दांत नहीं तो यू कांट गो एनीवेयर। तो डॉक्टर साहब की बात यह है कि एक दिन अगर निकाले हैं तो दूसरे दिन लगवा भी देते हैं। ਡਾਕਟਰ ਸਾਹਿਬ ਉਹ ਲੰਬਾ ਐਕਸਪੀਰੀਅੰਸ ਅੱਜ ਸਾਨੂੰ ਕਾਫੀ ਸਾਲ ਹੋ ਗਏ ਦੇਖਦਿਆਂ ਨੂੰ ਤੁਹਾਨੂੰ, ਔਰ ਹਰ ਵਾਰ ਕੁਝ ਨਾ ਕੁਝ ਨਵਾਂ। ਅੱਜ ਅਸੀਂ ਸ਼ਾਹਕੋਟ ਦੇ ਕਲੀਨਿਕ ਜਾ ਕੇ ਆਏ ਹਾਂ, ਉਹਨੂੰ ਰੈਨੋਵੇਟ ਹੋ ਰਿਹਾ ਉਹ ਵੀ, ਕਿਉਂਕਿ ਤੁਸੀਂ ਹਮੇਸ਼ਾ ਕੋਈ ਨਾ ਕੋਈ ਚੀਜ਼ ਜਿਹੜੀ ਹੈ ਨਈ ਕਰਦੇ ਰਹਿੰਦੇ ਹੋ, ਕਦੇ ਵੀ ਰੁਕੇ ਨਹੀਂ ਹੈ। ਕੋਈ ਨਾ ਕੋਈ ਨਈ ਮਸ਼ੀਨਰੀ, ਨਵੀਂ ਇਨੋਵੇਸ਼ਨ, ਔਰ ਹਮੇਸ਼ਾ ਹਰ ਚੀਜ਼ ਦੇ ਵਿੱਚ ਕ੍ਰੀਏਟਿਵਿਟੀ ਲਿਆਉਂਦੇ ਹੋ। ਔਰ ਖੜਾ ਪਾਣੀ ਨਹੀਂ ਹੈ, ਜਦੋਂ ਡਾਕਟਰ ਪੁਰੀ ਦਾ ਨਾਮ ਆਉਂਦਾ ਕਹਿੰਦੇ ਨਹੀਂ ਯਾਰ ਨਹੀਂ, ਉਹ ਤਾਂ ਹੋਰ ਕੋਈ ਨਾ ਕੋਈ ਚੀਜ਼ ਨਵੀਂ ਲੈ ਕੇ ਆਏ ਹੋਣਗੇ। ਥੈਂਕ ਯੂ ਸਰ। ਪਹਿਲੇ ਤਾਂ ਇਹ ਸੀਗਾ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਫਿਰ ਮੈਨੂੰ ਮੌਕਾ ਦਿੱਤਾ ਆਪਣੇ ਵਿਊਜ਼ ਅਤੇ ਪੇਸ਼ੈਂਟਸ ਲਈ ਸਾਰਾ ਟਰੀਟਮੈਂਟ ਅਤੇ ਸਾਰੀ ਚੀਜ਼ਾਂ ਜੋ ਨਵੀਂ ਐਡਵਾਂਸਮੈਂਟ ਹੈ ਉਹਨੂੰ ਸ਼ੇਅਰ ਕਰਨ ਦਾ। ਸਰ ਐਡਵਾਂਸਮੈਂਟ ਜਿਹੜਾ ਹੈ ਕਿ ਡੇਲੀ ਟੈਕਨੋਲੋਜੀ ਦੇ ਵਿੱਚ ਕੁਛ ਨਾ ਕੁਛ ਚੇਂਜ ਹੁੰਦਾ ਜਾ ਰਿਹਾ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਪੇਸ਼ੈਂਟ ਨੂੰ ਬੈਸਟ ਆਫ ਦਾ ਸਰਵਿਸ ਪ੍ਰੋਵਾਈਡ ਕਰੀਏ ਵਿਦ ਬੈਸਟ ਆਫ ਦਾ ਆਰਮੈਂਟੇਰੀਅਮ ਜਾਂ ਟੈਕਨੀਕ ਜਾਂ ਮਸ਼ੀਨਰੀ ਦੇ ਨਾਲ, ਤਾਂ ਕਿ ਪੇਸ਼ੈਂਟ ਨੂੰ ਜੋ ਲੇਟੈਸਟ ਹੈ ਚੀਜ਼ਾਂ ਉਹ ਮਿਲਣ। ਸਰ ਹੁਣ ਜਿਸ ਤਰ੍ਹਾਂ ਅਸੀਂ ਆਪਣੇ ਕਲੀਨਿਕ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਗਾਈਡਡ ਬਾਇਓਫਿਲਮ ਥੈਰੇਪੀ, GBT ਕਹਿੰਦੇ ਹਾਂ ਸਰ। ਉਹ ਕੀ ਹੈ ਕਿ ਜਿਸ ਤਰ੍ਹਾਂ ਆਪਾਂ ਸਕੇਲਿੰਗ ਕਰਦੇ ਹਾਂ, ਦੰਦਾਂ ਦੀ ਸਫਾਈ ਕਰਦੇ ਹਾਂ, ਪੇਸ਼ੈਂਟ ਲਈ ਕਈ ਵਾਰ ਸੈਂਸਿਟੀਵਿਟੀ ਅਤੇ ਕਾਫੀ ਪੇਨਫੁਲ ਰਹਿੰਦਾ ਉਹ। ਅਸੀਂ ਉਹਨੂੰ ਇੱਕ ਨਵੀਂ ਮਸ਼ੀਨ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਾਈ ਆ। ਉਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਉਹਨੂੰ ਕਲੀਨ ਕਰਨਾ ਪੇਸ਼ੈਂਟ ਨੂੰ, ਤਾਂ ਬਿਲਕੁਲ ਪੇਨਲੈਸ ਸਕੇਲਿੰਗ ਰਹਿੰਦੀ ਹੈ, ਪੇਸ਼ੈਂਟ ਦੀ ਕਲੀਨਿੰਗ ਵੀ ਹੋ ਜਾਂਦੀ ਹੈ ਅਤੇ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦੀ ਕਲੀਨਿੰਗ ਹੋ ਗਈ ਹੈ। ਯਾਨੀ ਇੰਨੀ ਕੰਫਰਟੇਬਲ ਮਸ਼ੀਨ ਹੈ ਸਰ ਉਹ। ਦੱਸੋ ਜਿੱਦਾਂ ਅਵੇਅਰਨੈਸ ਦੀ ਆਪਾਂ ਗੱਲ ਕਰ ਲਈ, ਤਾਰ ਜੀ ਦਿਖਦੀ ਹੁੰਦੀ ਸੀ ਅਤੇ ਲੋਕਾਂ ਨੂੰ ਔਡ ਲੱਗਦਾ ਸੀਗਾ, ਔਰ ਤੁਸੀਂ ਹਰ ਚੀਜ਼ ਨਵੀਂ ਜਿਹੜੀ ਹੈਗੀ ਆ। ਔਰ ਸਭ ਤੋਂ ਵੱਡੀ ਗੱਲ ਆ ਕੋਸਟ ਫਰੈਂਡਲੀ, ਕਿਉਂਕਿ ਤੁਸੀਂ ਪੁਰਾਣੇ ਕੰਪਨੀਜ਼ ਤੁਹਾਡੀਆਂ ਸਿੱਧੀਆਂ ਟਾਈ ਅਪ ਹੈਗੀਆਂ। ਇੰਪਲਾਂਟ ਦਾ ਨਾਮ ਲੋਕੀ ਅੱਜ ਲੈ ਰਹੇ ਆ, ਡਾਕਟਰ ਪੁਰੀ ਨੇ ਤਾਂ ਮੇਰੇ ਖਿਆਲ 12-13 ਸਾਲ ਪਹਿਲਾਂ ਇੰਪਲਾਂਟਸ ਦਾ ਜਿਹੜਾ ਸ਼ੁਰੂ ਕਰਤਾ ਸੀ। ਬਿਲਕੁਲ ਸਰ ਐਕਚੁਅਲੀ ਸਾਡੀ ਕੋਸ਼ਿਸ਼ ਹੈ ਕਿ ਪੇਸ਼ੈਂਟ ਦੇ ਚਾਰਜਿਸ ਅਸੀਂ ਨੋਮੀਨਲ ਰੱਖੀਏ, ਕਿਉਂਕਿ ਸਰ ਸਾਡੀ ਜਿਹੜੀ ਡੀਲਿੰਗ ਹੈ ਨੋਰਮਲੀ ਕੰਪਨੀਜ਼ ਦੇ ਕੰਟਰੀ ਹੈਡਸ ਨਾਲ ਹੁੰਦੀ ਹੈ। ਉਹਦੇ ਵਿੱਚ ਸਾਨੂੰ ਐਡਵਾਂਟੇਜ ਕੀ ਹੈ ਕਿ ਵੀ ਗੈਟ ਅ ਵੈਰੀ ਗੁੱਡ ਪ੍ਰਾਈਸਿੰਗ ਫॉर द ਇੰਪਲਾਂਟਸ, ਅਤੇ ਉਹ ਅਸੀਂ ਚੀਜ਼ ਆਪਣੇ ਪੇਸ਼ੈਂਟ ਨੂੰ ਵੀ ਫੋਰਵਰਡ ਕਰਦੇ ਹਾਂ। ਸਾਨੂੰ ਪ੍ਰਾਈਸਿੰਗ ਘੱਟ ਰਹਿੰਦਾ ਹੈ, ਸਾਡੇ ਪੇਸ਼ੈਂਟ ਦਾ ਪ੍ਰਾਈਸਿੰਗ ਵੀ ਘੱਟ ਰਹਿੰਦਾ ਹੈ, ਅਤੇ ਉਹਦੇ ਅਕੋਰਡਿੰਗਲੀ ਸਾਨੂੰ ਹੁੰਦਾ ਕਿ ਪੇਸ਼ੈਂਟ ਦਾ ਅਸੀਂ ਟਰੀਟਮੈਂਟ ਵੀ ਕਰੀਏ ਅਤੇ ਵਿਦ ਬੈਸਟ ਪੋਸੀਬਲ ਰੇਟਸ ਦੇ ਵਿੱਚ ਪ੍ਰੋਵਾਈਡ ਕਰੀਏ ਉਹਨਾਂ ਨੂੰ ਟਰੀਟਮੈਂਟ। ਡਾਕਟਰ ਸਾਹਿਬ ਲੋਕਾਂ ਦੀ ਪੁਰਜ਼ੋਰ ਮੰਗ ਦੇ ਉੱਤੇ ਤੁਸੀਂ ਸ਼ਾਹਕੋਟ ਸ਼ੁਰੂ ਕੀਤਾ ਸੀ, ਹੁਣ ਸ਼ਾਹਕੋਟ ਗਾਂ ਦੀ ਪੇਸ਼ੈਂਟ ਆ ਰਿਹਾ, ਇੱਥੇ ਵੀ ਪੇਸ਼ੈਂਟ ਹੁਣ ਕਦੇ ਕਹਿੰਦੇ ਹੁਸ਼ਿਆਰਪੁਰ ਵੀ ਆ ਜਾਓ ਡਾਕਟਰ ਸਾਹਿਬ, ਕਦੇ ਕਹਿੰਦੇ ਸਾਨੂੰ ਹਿਮਾਚਲ 'ਚ ਵੀ ਆ ਜਾਓ। ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ, ਕਿਉਂਕਿ ਅਸੀਂ ਐਕਸਟੈਂਡ ਕਰਦੇ ਰਹਿੰਦੇ ਹਮੇਸ਼ਾ, ਸਾਡਾ ਮਾਈਂਡ ਹੁੰਦਾ ਕਿ ਜਿਹੜੇ ਬੱਚੇ ਸਾਡੇ ਨਾਲ ਜੁੜ ਜਾਂਦੇ ਆ ਉਹ ਵੀ ਪੂਰੀ ਦਾ ਰੂਪ ਹੀ ਲੈ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਤੁਸੀਂ ਉਸ ਤਰ੍ਹਾਂ ਦੀ ਗਾਈਡ ਕਰਦੇ ਹੋ। ਬਿਲਕੁਲ ਸਰ, ਸਾਡੇ ਕੋਲ ਜਿਸ ਤਰ੍ਹਾਂ ਡਾਕਟਰਸ ਜਿਹੜੇ ਆ ਆਲਮੋਸਟ 4 to 5 ਡਾਕਟਰਸ ਐਜ਼ ਅ ਟ੍ਰੇਨਿੰਗ ਡਾਕਟਰਸ ਹਮੇਸ਼ਾ ਸਾਡੇ ਨਾਲ ਅਟੈਚ ਰਹਿੰਦੇ ਆ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਇੰਪਲਾਂਟਸ ਬਾਰੇ, ਸਰਜਰੀਜ਼ ਬਾਰੇ, ਫਿਰ ਜਿਸ ਤਰ੍ਹਾਂ ਦੰਦਾਂ ਟ੍ਰੀਟਮੈਂਟ ਆਉਂਦਾ ਉਹਨਾਂ ਦੇ ਲਾਈਨਰਸ ਟਰੀਟਮੈਂਟ ਆ ਜਾਂ ਬ੍ਰੇਸਿਸ, ਉਹਦੇ ਬਾਰੇ ਪ੍ਰੋਪਰ ਗਾਈਡ ਕਰ ਸਕੀਏ। ਸਾਡਾ ਈਵਨ ਕੋਰਸਿਸ ਚੱਲਦੇ ਰਹਿੰਦੇ ਜਿਹਦੇ ਵਿੱਚ ਅਸੀਂ ਜੋ ਫਰੈਸ਼ ਪਾਸ ਆਊਟ ਡੈਂਟਿਸਟ ਆ ਉਹਨਾਂ ਨੂੰ ਅਸੀਂ ਟ੍ਰੇਨ ਕਰਦੇ ਹਾਂ ਅਤੇ ਉਹਨਾਂ ਨੂੰ ਗਾਈਡ ਕਰਦੇ ਹਾਂ ਫॉर द ਬੈਸਟ ਪੋਸੀਬਲ ਟਰੀਟਮੈਂਟਸ। ਅਤੇ ਉਹ ਫਿਰ ਜਿੱਥੇ ਜਾ ਰਹੇ ਆ ਸਰ ਉਹ ਅੱਛਾ ਫਲਰਿਸ਼ ਕਰ ਰਹੇ ਆ ਅਤੇ ਸਾਡੀਆਂ ਬੈਸਟ ਵਿਸ਼ੇਸ ਉਹਨਾਂ ਨਾਲ ਹਮੇਸ਼ਾ ਰਹਿੰਦੀਆਂ। ਹੁਣ ਤਾਂ ਸਰ ਸਾਡੇ ਜਿਹੜੇ ਸਟੂਡੈਂਟਸ ਆਲਮੋਸਟ ਪੂਰੇ ਪੰਜਾਬ, ਹਿਮਾਚਲ, JNK ਸਾਰੇ ਫੈਲ ਗਏ ਹੈ। ਹਰ ਸਿਟੀ ਦੇ ਵਿੱਚ ਕੋਈ ਨਾ ਕੋਈ ਸਾਡਾ ਸਟੂਡੈਂਟ ਬੈਠਾ ਹੈ ਜਿਹੜਾ ਸਾਡੇ ਤੋਂ ਕੋਚਿੰਗ ਲੈ ਕੇ ਜਾਂ ਕੋਰਸਿਸ ਵਗੈਰਾ ਕਰਕੇ ਗਿਆ। ਸਰ ਲੇਟੈਸਟ ਜੋ ਟੈਕਨੋਲੋਜੀ ਹੈਗੀਆਂ ਬ੍ਰਾਈਡ ਗਰੂਮਸ ਦੇ ਲਈ, ਜਦੋਂ ਉਹ ਮੈਰਿਜ ਦੇ ਲਈ ਉਹ ਕਹਿੰਦੇ ਯਾਰ ਇੱਕ ਦਿਨ ਲਈ ਸਾਨੂੰ ਸੋਹਣੇ ਬਣਾਈ ਦਿਓ ਕਿਸੇ ਵੀ ਤਰੀਕੇ ਦੇ ਨਾਲ, ਕੀ ਕਹਿਣਾ ਚਾਹੋਗੇ? ਕੋਈ ਸਮਾਂ ਸੀਗਾ ਕਹਿੰਦੇ ਨਹੀਂ ਪੀਲੇ ਦੰਦ ਆ ਜੀ ਇੱਥੇ ਦਾ, ਇਹ ਨਹੀਂ ਹੋਣਾਗਾ, ਇੱਦਾਂ ਇਹਦੀ ਹੱਡੀ ਖਰਾਬ ਹੈ,
ਅੱਜ ਜਿਹੋ ਮਰਜ਼ੀ ਬੰਦਾ ਦੰਦ ਲੈ ਕੇ ਆ ਜਾਏ ਔਰ ਪੂਰੀ ਉਹਨਾਂ ਕੋਲ ਆ ਕੇ ਬੜਾ ਸੋਹਣਾ ਜਿਹਾ ਬਣ ਕੇ ਚਲੇ ਜਾਵੇ। ਸਰ ਅਸੀਂ ਨਾ ਹੁਣ ਇੱਕ ਵੀਨੀਅਰਸ ਕਹਿੰਦੇ ਆ ਟ੍ਰੀਟਮੈਂਟ, ਉਹਦੇ ਵਿੱਚ ਅਸੀਂ ਪੂਰਾ ਸਮਾਈਲ ਡਿਜ਼ਾਈਨ ਕਰ ਦਿੰਦੇ ਆ ਪੇਸ਼ੈਂਟ ਦਾ। ਉਹਦੇ ਵਿੱਚ ਕੀ ਹੈ ਕਿ ਪੇਸ਼ੈਂਟ ਦਾ ਜਿੰਨੇ ਵੀ ਅੱਗੇ ਪਿੱਛੇ ਆ ਟੇਡੇ ਆ, ਅਸੀਂ ਉਹਨਾਂ ਨੂੰ ਹਲਕਾ ਜਿਹਾ ਟ੍ਰਿਮ ਕਰਕੇ ਤੇ ਉਹਨਾਂ ਦੇ ਉੱਪਰ ਲੈਮੀਨੇਟਸ ਕਹਿੰਦੇ ਆ, ਅਸੀਂ ਇੱਕ ਤਰ੍ਹਾਂ ਦੇ ਵੀਨੀਅਰਿੰਗ ਕਰ ਦਿੰਦੇ ਉਹਨਾਂ ਜਿਸ ਤਰ੍ਹਾਂ ਦੀ ਸਮਾਈਲ ਪੇਸ਼ੈਂਟ ਚਾਹੁੰਦਾ ਹੈ ਉੱਦਾਂ ਦੀ, ਜਿਹਨੂੰ ਕਹਿੰਦੇ ਆ ਨਾ ਮੋਡਲਸ ਵਾਲੀ ਸਮਾਈਲ, ਉਹ ਅਸੀਂ ਪੂਰਾ ਬਣਾ ਕੇ ਦੇ ਦਿੰਦੇ ਆ ਪੇਸ਼ੈਂਟ ਨੂੰ। ਅਸੀਂ ਸਮਾਈਲ ਡਿਜ਼ਾਈਨ ਕਹਿੰਦੇ ਆ ਪੂਰੇ ਪ੍ਰੋਸੀਜਰ ਨੂੰ ਤੇ ਟ੍ਰੀਟਮੈਂਟ ਨੂੰ। ਉਹਦੇ ਕਾਫੀ ਅੱਛੇ ਰਿਜ਼ਲਟਸ ਹੈ ਤੇ ਉਹਦਾ ਇਨਸਟੈਂਟ ਰਿਜ਼ਲਟ ਹੈ। ਅਸੀਂ ਉਹਦੇ ਵਿੱਚ ਕੰਪੋਜ਼ਿਟ ਵੀਨੀਅਰਸ ਪਲੱਸ ਸਿਰੈਮਿਕ ਵੀਨੀਅਰਸ ਅਸੀਂ ਦੋਨੋਂ ਹੀ ਕਰਦੇ ਹਾਂ, ਜਾਂ ਜ਼ਿਰਕੋਨੀਆ ਵੀਨੀਅਰਸ ਵੀ ਕਹਿੰਦੇ ਆ। ਉਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਬਹੁਤ ਅੱਛੇ ਰਿਜ਼ਲਟਸ ਮਿਲਦੇ ਆ ਤੇ ਇੱਕਦਮ ਸਮਾਈਲ ਡਿਜ਼ਾਈਨ ਪ੍ਰੋਪਰ ਮੇਨਟੇਨ ਹੋ ਜਾਂਦੀ ਹੈ। NRI ਵੀਰਾਂ ਦੀ ਵੱਡੀ ਲਿਸਟ ਹੈ ਜੀ, ਉਹ ਜਦੋਂ ਆਉਂਦੇ ਨੇ ਪਹਿਲਾਂ ਤੋਂ ਹੀ ਹੁਣੇ ਹੀ ਉਹ ਬੁੱਕ ਕਰਾਉਣ ਲੱਗ ਜਾਂਦੇ ਨੇ। ਕੀ ਕਹਿਣਾ ਚਾਹੋਗੇ ਕਿ ਤੁਸੀਂ ਉਹਨਾਂ ਨੂੰ ਕਦੇ NRI ਨਹੀਂ ਸਮਝਿਆ, ਤੁਹਾਨੂੰ ਤੁਸੀਂ ਉਹਨਾਂ ਨੂੰ ਵੀ ਰੇਟਸ ਜਿਹੜੇ ਹੈਗੇ ਆ ਉਹ ਬਿਲਕੁਲ ਨਾਰਮਲ ਰੀਜ਼ਨੇਬਲ ਔਰ ਉਹ ਵੀ ਤੁਹਾਡੀ ਇੱਕ ਚੇਨ ਹੈ? ਸਰ ਸਾਡੇ ਜਿਹੜੇ ਪੇਸ਼ੈਂਟਸ ਦੇ ਰੇਟ ਹੈ, ਚਾਹੇ ਉਹ NRI ਹੈ ਚਾਹੇ ਉਹ ਲੋਕਲ ਪੇਸ਼ੈਂਟ ਹੈ, ਸਾਡਾ ਰੇਟਸ ਦੋਨਾਂ ਲਈ ਸੇਮ ਰਹਿੰਦਾ ਹੈ। ਸਾਡੇ ਰੇਟਸ ਦੇ ਵਿੱਚ ਕਦੀ ਫਲਕਚੁਏਸ਼ਨ ਨਹੀਂ ਹੋਈ। ਸਾਨੂੰ ਹੈ ਕਿ ਉਹ ਵੀ ਸਾਡੇ ਭਰਾ ਹੈ ਜਿਹੜੇ ਬਾਹਰ ਗਏ ਦੇ ਆ ਤੇ ਅਸੀਂ ਉਹਨਾਂ ਦੇ ਉਹ ਲਈ ਕਿ ਉਹ ਅਗਰ ਡਾਲਰਸ ਜਾਂ ਪਾਉਂਡਸ ਦੇ ਵਿੱਚ ਮਾਰੋ ਦਾ ਮਤਲਬ ਨਹੀਂ ਕਿ ਅਸੀਂ ਉਹਨਾਂ ਤੋਂ ਉਹਦੇ ਹਿਸਾਬ ਨਾਲ ਚਾਰਜ ਕਰੀਏ। ਸਾਡਾ ਹੈ ਕਿ ਉਹ ਸਾਡੇ ਭਰਾ ਹੈ, ਇੰਡੀਆ ਤੋਂ ਗਏ ਆ, ਅਸੀਂ ਇੰਡੀਆ ਦੇ ਹਿਸਾਬ ਨਾਲ ਹੀ ਉਹਨਾਂ ਤੋਂ ਚਾਰਜ ਕਰਨਾ। ਉਹਦੇ ਵਿੱਚ ਕੋਈ ਐਕਸਟਰਾ ਚਾਰजेस ਵਗੈਰਾ ਨਹੀਂ ਅਸੀਂ ਲੈਂਦੇ ਤੇ ਜੋ ਸਾਡਾ ਐਕਚੁਅਲ ਰੇਟ ਹੈ ਉਹੀ ਅਸੀਂ ਹਮੇਸ਼ਾ ਉਹਨਾਂ ਤੋਂ ਚਾਰਜ ਕਰਨੀ ਹੈ। ਐਂਡ ਤੇ ਸਾਡਾ ਸਰ ਹੈ ਕਿ ਜਿਹੜੇ ਵੀ ਅਸੀਂ ਇੰਪਲਾਂਟਸ ਕਰਨੇ ਆ, ਵੀ ਆਰ ਵੈਰੀ ਟਰਾਂਸਪੇਰੈਂਟ ਵਿਦ ਦੈਮ ਐਂਡ ਸ਼ੋ ਦੈਮ ਇਕੁਅਲੀ ਜਿਹੜੇ ਇੰਪਲਾਂਟਸ ਦਾ ਰਿਕਾਰਡ ਹੈ ਸਾਰਾ ਉਹਨਾਂ ਨੂੰ ਪ੍ਰੋਵਾਈਡ ਕਰਦੇ ਤਾਂ ਕਿ ਉਹਨਾਂ ਨੂੰ ਕਦੀ ਕੋਈ ਇਸ਼ੂ ਆਉਂਦਾ ਹੈ ਜਾਂ ਕੋਈ ਪ੍ਰੋਬਲਮ ਲੱਗਦੀ ਹੈ ਇੰਪਲਾਂਟਸ ਦੇ ਵਿੱਚ ਤੇ ਉੱਥੇ ਵੀ ਜਿਹੜੇ ਡਾਕਟਰ ਨੂੰ ਦਿਖਾਉਂਦੇ ਆ ਤੇ ਉਹਨਾਂ ਕੋਲ ਪੂਰਾ ਰੈਕਟ ਹੁੰਦਾ ਹੈ ਤਾਂ ਕਿ ਉਹ ਆਰਾਮ ਨਾਲ ਉਹਨਾਂ ਦਾ ਟ੍ਰੀਟਮੈਂਟ ਕਰ ਸਕਣ। ਕਿਉਂਕਿ ਤੇ ਅਸੀਂ ਸਰ ਨਾਲੇ ਜਿਹੜੇ ਇੰਪਲਾਂਟਸ ਯੂਜ਼ ਕਰਨੇ ਸੀ ਸਟ੍ਰੋਮੈਨ ਜ਼ਿਮਰ ਕੰਪਨੀਜ਼ ਦੇ ਸਟੈਂਡਰਡਾਈਜ਼ਡ ਇੰਪਲਾਂਟਸ ਯੂਜ਼ ਕਰਨੇ ਜਿਹੜੇ ਵਰਲਡ ਵਾਈਡ ਅਸੈਪਟਡ ਹੈ, ਤਾਂ ਕਿ ਅਗਰ ਇੱਥੋਂ ਇੰਪਲਾਂਟ ਕਰਾ ਕੇ ਪੇਸ਼ੈਂਟ ਗਿਆ ਅਗਰ ਬਾਹਰ ਵੀ ਕੋਈ ਇਸ਼ੂ ਆਉਂਦਾ ਤੇ ਡਾਕਟਰ ਉੱਥੇ ਬੜੇ ਕੰਫਰਟੇਬਲੀ ਉਹਨਾਂ ਨੂੰ ਟ੍ਰੀਟ ਕਰ ਦਿੰਦੇ। ਕਿਉਂਕਿ ਇੰਪਲਾਂਟਸ ਜਿਹੜੇ ਆ ਉਹ ਸਟੈਂਡਰਡਾਈਜ਼ਡ ਕੰਪਨੀਜ਼ ਦੇ ਆ, ਉਹਨਾਂ ਦੇ ਵਿੱਚ ਕੋਈ ਵੀ ਚੈਲੰਜ ਵਾਲੀ ਗੱਲ ਨਹੀਂ ਆਉਂਦੀ। ਸਟਰਲਾਈਜੇਸ਼ਨ ਜਿਹਦਾ ਪਹਿਲੇ ਦਿਨ ਤੋਂ ਧਿਆਨ ਰੱਖਿਆ ਗਿਆ ਔਰ ਕਰੋਨਾ ਦੇ ਪੀਰੀਅਡ ਦੇ ਵਿੱਚ ਵੀ ਇਸ ਹਸਪੀਟਲ ਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਤੁਸੀਂ ਪਹਿਲੇ ਹੀ ਨਾਰਮਸ ਆਲਰੇਡੀ ਹੋਈ ਮਤਲਬ ਜਿਹੜਾ ਹੈਗਾ ਅਡਾਪਟ ਕਰ ਰਹੇ ਸੀ। ਸਰ ਅਸੀਂ ਨਾ ਸਟਰਲਾਈਜੇਸ਼ਨ ਦੇ ਵਿੱਚ ਸਰ ਆਟੋਕਲੇਵਿੰਗ, ਫਿਰ ਸਰ ਜਿਸ ਤਰ੍ਹਾਂ ਸਾਡਾ ਜਿਹੜਾ ਸਟਰਲਾਈਜੇਸ਼ਨ ਪ੍ਰੋਟੋਕੋਲ ਉਹ ਪੂਰਾ ਐਸ ਪਰ ਦਾ ਇੰਟਰਨੈਸ਼ਨਲ ਗਾਈਡਲਾਈਨਸ ਹੈ। ਸਾਡਾ ਜਿਹੜਾ ਕੰਪਰੈਸਰਸ ਅਸੀਂ ਲਗਾਏ ਦੇ ਉਹਦੇ ਅੱਗੇ ਬੈਕਟੀਰੀਅਲ ਫਿਲਟਰਸ ਲੱਗੇ ਦੇ, ਉਹਦੇ ਅੱਗੇ ਸਰ ਅਸੀਂ ਡਰਾਇਰਸ ਲਗਾਏ ਦੇ ਤਾਂ ਕਿ ਜੋ ਸਾਡੀ ਚੇਅਰਸ ਦੇ ਵਿੱਚ ਏਅਰ ਆ ਰਹੀ ਹੈ ਪੂਰੀ ਬੈਕਟੀਰੀਆ ਫਰੀ ਆ ਰਹੀ ਹੈ। ਦੂਸਰਾ ਸਰ ਸਾਡੀ ਜਿੰਨੀਆਂ ਵੀ ਚੇਅਰਸ ਉਹਨਾਂ ਨਾਲ ਡਾਇਰੈਕਟ RO ਅਸੀਂ ਕਨੈਕਟ ਕੀਤਾ ਦਾ ਤਾਂ ਕਿ ਪੇਸ਼ੈਂਟ ਜਿਹੜੇ ਪਾਣੀ ਨਾਲ ਚੁੱਲ੍ਹੇ ਕਰ ਰਹੇ ਆ ਉਹ ਵੀ ਬਿਲਕੁਲ ਕਲੀਨ ਹੋਏ, ਕੋਈ ਇਸ਼ੂ ਨਾ ਹੋਏ। ਤੇ ਜਿਹੜੇ ਇੰਸਟਰੂਮੈਂਟਸ ਦੇ ਅਸੀਂ ਆਟੋਕਲੇਵਿੰਗ ਉਹਨਾਂ ਦਾ ਪੂਰਾ ਰਿਕਾਰਡ ਰੱਖਦੇ ਕਿ ਕਿੰਨੀ ਦੇਰ ਦੇ ਸਟਿੱਕਰਸ ਲੱਗੇ ਹੁੰਦੇ ਕਿ ਉਹ ਇੰਸਟਰੂਮੈਂਟ ਕਿੰਨੀ ਦੇਰ ਤੱਕ ਉਹਦੀ ਸਟਰਲਾਈਜੇਸ਼ਨ ਵੈਲਿਡ ਹੈ ਤੇ ਕਦੋਂ ਅਸੀਂ ਉਹਨੂੰ ਯੂਜ਼ ਕਰ ਸਕਦੇ ਜਾਂ ਰੀਸਟਰਲਾਈਜ਼ ਕਰਨ ਦੀ ਲੋੜ ਹੈ। ਅਗਰ ਕਈ ਵਾਰ ਕੋਈ ਇੰਸਟਰੂਮੈਂਟ ਹੈ ਜਿਹੜਾ ਸਾਡਾ ਜ਼ਿਆਦਾ ਨਹੀਂ ਯੂਜ਼ ਹੋਇਆ ਅਸੀਂ ਉਹਨੂੰ ਰੀਸਟਰਲਾਈਜ਼ ਕਰ ਲੈਂਦੇ ਕਿਉਂਕਿ ਉਹਦੇ ਉੱਪਰ ਪੂਰੀ ਬੈਚਿੰਗ ਲੱਗੀ ਹੁੰਦੀ ਹੈ, ਸਾਨੂੰ ਪਤਾ ਲੱਗ ਜਾਂਦਾ ਕਿ ਇੰਸਟਰੂਮੈਂਟ ਕਿੰਨੀ ਦੇਰ ਤੱਕ ਸਟਰਲਾਈਜ਼ ਰਹਿਣਾ ਹੈ ਤੇ ਅਸੀਂ ਪੂਰਾ ਪ੍ਰੋਟੋਕੋਲ ਜਿਹੜਾ ਐਸ ਪਰ ਦਾ ਇੰਟਰਨੈਸ਼ਨਲ ਨੋਰਮਸ ਫੋਲੋ ਕਰਦੇ ਹਾਂ। ਸਮੇਂ-ਸਮੇਂ 'ਤੇ ਬੱਚਿਆਂ ਨੂੰ ਆਨਲਾਈਨ ਵੀ ਤੁਸੀਂ ਗਾਈਡ ਕਰਦੇ ਰਹਿੰਦੇ ਹੋ ਕਿਉਂਕਿ ਸਟੱਕੀ ਫੂਡ ਜਿਹੜੇ ਬੱਚੇ ਅੱਜ ਕੱਲ੍ਹ ਬਹੁਤ ਜ਼ਿਆਦਾ ਖਾ ਰਹੇ ਨੇ ਔਰ ਬਾਬ ਹੈਗਾ ਅੱਜ ਕੱਲ੍ਹ ਐਕਸਰਸਾਈਜ਼ ਦਾ ਸਾਰਾ ਦਿਨ ਮੋਬਾਈਲਸ ਦੇ ਉੱਪਰ। ਕੀ ਕਹਿਣਾ ਚਾਹੋਗੇ ਕਿ ਇਹ ਨਾਲ ਅਵੇਅਰਨੈਸ ਵੀ ਨਾਲ ਪੇ ਬੈਕ ਟੂ ਸੋਸਾਇਟੀ ਜਿਹੜਾ ਪੂਰੀ ਹਮੇਸ਼ਾ ਇਹ ਮਾਈਂਡ ਹੈ ਉਹਦਾ ਕਿ ਮੈਂ ਲੋਕਾਂ ਨੂੰ ਜੋ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਿਹਾ ਨਾਲ ਲੋਕਾਂ ਨੂੰ ਪੇ ਬੈਕ ਟੂ ਸੋਸਾਇਟੀ ਵੀ ਕਰਦਾ ਰਹਾਂ? ਸਰ ਬਿਲਕੁਲ ਸਰ, ਉਹ ਤਾਂ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਅਸੀਂ ਇਹ ਸੋਸਾਇਟੀ ਤੋਂ ਹੀ ਅਸੀਂ ਸਾਰੀ ਚੀਜ਼ਾਂ ਲੈ ਰਹੇ ਹਾਂ ਤੇ ਸਾਡੀ ਡਿਊਟੀ ਬਣਦੀ ਕਿ ਅਸੀਂ ਸੋਸਾਇਟੀ ਨੂੰ ਕੁਝ ਦਈਏ ਵੀ। ਅਸੀਂ ਸਰ ਰੈਗੂਲਰ ਬੇਸਿਸ 'ਤੇ ਕੈਂਪਸ ਲੱਗਦੇ ਆ। ਫਿਰ ਸਰ ਸਾਡੇ ਹੁਣ ਜਿਸ ਤਰ੍ਹਾਂ ਇੰਪਲਾਂਟ ਕੰਪਨੀਜ਼ ਦਾ ਟਾਈਪ ਰਹਿੰਦਾ ਹੈ, ਜਿਹੜੇ ਪੇਸ਼ੈਂਟ ਸੋਸ਼ੋ ਇਕਨੋਮਿਕਲੀ ਪੂਅਰ ਹੈ ਜਾਂ ਨਹੀਂ ਅਫੋਰਡ ਕਰ ਸਕਦੇ ਅਸੀਂ ਉਹਨਾਂ ਦੇ ਇੰਪਲਾਂਟਸ ਕਾਫੀ ਸਬਸਿਡਾਈਜ਼ ਰੇਟਸ ਦੇ ਵਿੱਚ ਵੀ ਲਗਾਉਂਦੇ ਕਿਉਂਕਿ ਅਸੀਂ ਕੰਪਨੀਜ਼ ਨਾਲ ਟਾਈਪ ਕੀਤਾ ਹੈ। ਉਹ ਫਿਰ ਜਿਹੜੇ ਪੇਸ਼ੈਂਟ ਦਾ ਸਟੇਟਸ ਦੇ ਕੇ ਉਹਦੇ ਅਕੋਰਡਿੰਗਲੀ ਸਾਨੂੰ ਇੰਪਲਾਂਟਸ ਕਾਫੀ ਇਕਨੋਮਿਕਲ ਦੇ ਕੇ ਤੇ ਕੰਪਨੀ ਪਾਰਟਨਰਸ਼ਿਪ ਕਰਕੇ ਸਾਨੂੰ ਦਿੰਦੀ ਹੈ ਤਾਂ ਕਿ ਪੇਸ਼ੈਂਟਸ ਨੂੰ ਅਸੀਂ ਫਿਕਸ ਟੀਥ ਵੀ ਜਿਹੜੇ ਨਹੀਂ ਵੀ ਅਫੋਰਡ ਕਰ ਸਕਦੇ ਉਹਨਾਂ ਨੂੰ ਵੀ ਅਸੀਂ ਉਹ ਟੀਥ ਪ੍ਰੋਵਾਈਡ ਕਰ ਸਕੀਏ। ਤੇ ਬੱਚਿਆਂ ਦੇ ਸਰ ਅਸੀਂ ਰੈਗੂਲਰ ਸਕੂਲਸ ਦੇ ਵਿੱਚ ਕੈਂਪਸ ਵਗੈਰਾ ਲਗਾਉਂਦੇ ਹਾਂ ਜਿੱਥੇ ਅਸੀਂ ਉਹਨਾਂ ਨੂੰ ਬਰਸ਼ਿੰਗ ਕਿੱਦਾਂ ਕਰਨੀ ਹੈ, ਕਿਹੜੇ ਟੈਕਨੀਕਸ ਫੋਲੋ ਕਰਨੀਆਂ, ਕਿਹੜੇ ਟੂਥਪੇਸਟ ਬੈਟਰ ਹੈ, ਕਿਹੜੀਆਂ ਫੂਡ ਹੈਬਿਟਸ ਬੈਟਰ ਹੈ, ਕਿੱਦਾਂ ਓਰਲ ਹਾਈਜੀਨ ਮੇਨਟੇਨ ਕਰਨੀ ਹੈ, ਉਹ ਅਸੀਂ ਰੈਗੂਲਰ ਬੇਸਿਸ 'ਤੇ ਕੈਂਪਿੰਗ ਕਰਦੇ ਰਹਿੰਦੇ ਹਾਂ ਸਰ। अभी हम हैं पूरी डेंटल के उस स्टाफ के साथ जो भी 1 बजे है लेकिन आंखों में आप ग्लो देख सकते हैं कितनी इनमें मेहनत है और कैसे ये डॉक्टर साहब के कंधे के साथ कंधा मिलाकर चल रहे हैं और डॉक्टर पुरी का ही रूप है ये तीनों। बात कर रहे हैं डॉक्टर साहब, आप सभी का स्वागत है हमारे स्पेशल शो में। थैंक यू सर। थैंक यू सो मच। थैंक यू। क्या कहना चाहेंगे कि जब से आप लोगों ने यहाँ ज्वाइन किया है नए आपने नो डाउट कि आप बहुत बढ़िया कॉलेजेस से अपनी ग्रेजुएशन करके आए थे, BDS करी थी आपने, लेकिन यहाँ आकर आपको जो मिला प्रैक्टिस वो वहाँ भी करते थे लेकिन यहाँ आकर नए आपको एक्सपीरियंस जो है वो आप लोगों ने शेयर किया, क्या कहना चाहेंगे? सबसे पहले तो मैं कहना चाहूँगी कि मेरे को 4 साल हो गए यहाँ पे क्लिनिक पे सर साथ
और जो एटमॉस्फेयर मेरे को यहाँ पे मिला वो कहीं भी नहीं मिला। क्लिनिकल और कॉलेज का थोड़ा अलग रहता है, लेकिन जो सर के साथ एक फ्रेंडली माहौल, पूरा सब कुछ बहुत ज़्यादा अच्छा है। सर सब कुछ बहुत अच्छी तरह से सिखाते हैं, कोई भी चीज़ कभी भी पूछनी हो सर हमेशा हेल्प करते हैं। और कोई पेशेंट कोई कुछ भी कॉम्प्लिकेशन हो, ही हैंडल्स विद वेरी केयर। बहुत बहुत अच्छी नेचर है सर की, बहुत ज़्यादा अच्छी नेचर है। क्या कहना चाहेंगे कि यहाँ छोटे बच्चों से लेकर 1995 के लोगों के भी जो है इम्प्लांट्स किए जाते हैं, छोटे बच्चे थम सकिंग हैं और है हर फैसिलिटी एक ही छत के नीचे, ये हम वचनबद्ध हैं कि हम लोग हर फैसिलिटी दे रहे हैं। हाँ जी, नमस्ते, मेरा नाम डॉक्टर सनमीत है और मैं यहाँ काफ़ी टाइम से आ रही हूँ। मैं सर को अराउंड 6-7 ईयर से जानती हूँ। तो मैंने देखा है सर काफ़ी ग्रो हुए हैं और सर ने रिसेंटली इम्प्लांट कोर्सेज़ भी स्टार्ट किए थे। तो सर सिखाते भी हैं बच्चों को और करते भी हैं, और उनका इम्प्लांट्स की तो स्पेशलिटी है और उसके साथ साथ बाकी ऑर्थो ट्रीटमेंट्स हैं, बच्चों के लिए भी ऑर्थो ट्रीटमेंट्स हैं, बाकी ट्रीटमेंट्स हैं। तो जितना भी है मल्टी स्पेशलिटी है और एडवांस टेक्नोलॉजी यूज़ की जाती है यहाँ पे। सबसे बड़ी बात है कि यहाँ पर एटमॉस्फेयर है जो बहुत ही काम, कूल और फैमिली, क्योंकि जब दांत का किसी ने ट्रीटमेंट कराना है तो वो बहुत प्रेशर में होता है। पहले आप काउंसलिंग भी करते हैं, कई बार 5-5, 10-10 मिनट भी लेते हैं लोगों को, क्योंकि घबराने की ज़रूरत नहीं है। ये बिल्कुल सिंपल प्रोसीजर्स हैं और आप लोग हम लोग बहुत बढ़िया तरीके से करेंगे और ऐसे प्रोसीजर कर रहे हैं। क्या कहना चाहेंगे? हेलो सर। सर हर एक प्रोसीजर बहुत अच्छे से समझाते हैं। इधर सारी एडवांस टेक्नोलॉजीज़ हैं एंड मशीन्स भी एडवांस्ड हैं। सारे पेशेंट्स बच्चे से लेके बड़ों तक वो बहुत पेशेंटली, कामली, रिलैक्स्ड होके सब समझाते हैं ट्रीटमेंट। सो अकॉर्डिंग टू मी यहाँ एटमॉस्फेयर भी बहुत अच्छा है और डॉक्टर साहब भी बहुत अच्छे हैं। डॉक्टर साहब क्या कहना चाहेंगे कि जैसे ये लोग नई नई इनोवेशंस करते रहते हैं, ये कभी रुकते नहीं हैं। अभी भी जैसे इन्होंने वो मशीनरी लेकर आए हैं डेंटल के लिए, स्केलिंग के लिए, क्योंकि जब स्केलिंग होती थी तो लोगों को थोड़ा स्केलिंग में भी ये रहता था कि दर्द होगा, यहाँ हमारे ऐसे होगा। लेकिन इन्होंने लेटेस्ट चीज़ें, क्योंकि ये हमेशा विश्वास रखते हैं टॉप में, और वो टॉप यहाँ किया और लोग जो है अब स्केलिंग कराते हैं और एंजॉय भी करते हैं स्केलिंग के साथ। सबसे पहले तो मैं बताना चाहूँगी, आपने जैसे स्केलिंग की बात की, तो एक GBT मशीन है जो सर ने अभी इंस्टॉल की है। वो पेनलेस स्केलिंग एक्सपीरियंस देती है पेशेंट को, साथ में वो ब्लीचिंग भी कर देती है। तो जैसे हम पुराने जैसे तरीका यूज़ करते थे, उसमें पेशेंट को कभी कभी दर्द रहती थी, खून आता था, लेकिन इसमें ना तो दर्द रहती है ना तो खून आता है, और पेशेंट बहुत मज़े से आराम से करा के जाता है अपना सारा ट्रीटमेंट। एंड बहुत ही अच्छे रिस्पॉन्स आए, इसके रिव्यूज़ बहुत ज़्यादा अच्छे हैं। हम लोग रूट कनाल की बात कर लें, हम लोग डेंचर्स की बात कर लें, इम्प्लांट्स की बात कर लें, तो हम लोग यहाँ पर जो भी प्रोसीजर देते हैं वो बहुत ही पेनलेस और बहुत एक बड़ी एटमॉस्फेयर में, जिससे पेशेंट को एक फैमिली एटमॉस्फेयर मिलता है। हाँ जी सर एक्चुअली पेशेंट पहले डरा होता है कि पता नहीं मेरे मुंह में क्या हो जाएगा क्या नहीं। तो पहले तो उसकी प्रॉपर काउंसलिंग होती है, उनको थोड़ा रिलैक्स किया जाता है, कि उनको बताया जाता है कि आपके साथ ये करना है, तो उनको मेंटली प्रिपेयर किया जाता है, तो उससे ये काफ़ी रिलैक्स हो जाते हैं। बाकी सर प्रोसीजर करते करते उनको साथ में समझा भी देते हैं, तो एज सच कोई प्रॉब्लम आती ही नहीं है, तो सब बढ़िया सही रहता है। हमारे यहाँ वेट बहुत कम करनी पड़ती है पेशेंट्स को, क्योंकि डॉक्टर्स की टीम है हमारे पास और हमारे पास सीखने वाले भी बहुत ज़्यादा हैं जो आते हैं इम्प्लांट्स के लिए। हम लोग उनको भी साथ में अटैच थोड़ा बहुत कर लेते हैं। क्या कहना चाहेंगे कि यहाँ अपॉइंटमेंट के हिसाब से जब हम लोग अपॉइंटमेंट देते हैं तो ज़्यादा खज्जल ख्वार नहीं होना पड़ता और जल्दी वारी आ जाती है लोगों की। और इसके साथ साथ जो शाहकोट वाला वेंचर बना हुआ है वो भी हम लोग पूरा बढ़िया बना रहे हैं डॉक्टर साहब, और उसमें भी वही क्रिएशंस करेंगे जो यहाँ पर की है। अगर अपॉइंटमेंट्स की बात की जाती है तो ऑब्वियसली वी हैव अ टीम हेयर, तो पेशेंट्स को वेट नहीं करनी पड़ती। सर का जलंधर के साथ साथ शाहकोट में भी क्लिनिक है, वहाँ पर भी डेडिकेटेड स्टाफ है एक, तो पेशेंट ऐसा नहीं है कि यू हैव टू वेट फॉर मैनी आवर्स। और ऐसे आप आओ, अपॉइंटमेंट लो, और बहुत फ्रेंडली वे से सारा ट्रीटमेंट हो जाता है। यहाँ से वेटिंग पीरियड बहुत ज़्यादा कम है ड्यू टू द स्टाफ मेंबर्स हेयर। ईस्ट और वेस्ट पूरी डेंटल क्लिनिक इज द बेस्ट। ये हमारी डेंटल चेयर है प्लानिका की, जो सर्जरीज के लिए बेसिकली यूज़ की जाती है। जो भी इम्प्लांट केसेस होते हैं, सर्जिकल एक्सट्रैक्शन होती है, वो यहीं पर होती है। ये हमारा डेंटल एक्सरे है। ये हमारी जो हम GBT मशीन की बारे में बात कर रहे थे, पूरा इसको आगे लेके जाके पेशेंट को पूरा गाइड करके हम इनको बताते हैं कैसे करना है कैसे नहीं।
ये लेटेस्ट टेक्नोलॉजी आई है अभी क्लिनिक पे। ये हमारी ओपीजी की डेंटल एक्सरे मशीन है। इसके अंदर हमारा ओपीजी सीबीसीटी स्कैन सब हो जाता है। ये सारा हमारा इन हाउस रहता है। ये पेशेंट यहाँ के खड़ा होता है और आराम से पूरा डेंटल स्कैन, फुल माउथ एक्सरे, सीबीसीटी स्कैन सब इसके अंदर हो जाता है हमारा। ये हमारा ऑटोक्लेविंग मशीन है। जितने भी हमारे सर्जिकल इंस्ट्रूमेंट्स हैं सारे इसके अंदर जाते हैं। आप देख सकते हो अभी तो फिलहाल बंद है, लेकिन सारे इंस्ट्रूमेंट्स हमारे यहाँ स्टरलाइज रहते हैं। ये भी हमारी ऑटोक्लेविंग मशीन है। इसके अंदर भी सारे डेंटल मिरर्स वगैरह स्टरलाइजेशन रहती है इसके अंदर। इसको पंजाब प्लस चैनल पे आपका स्वागत है। आज हम आए हैं पूरी डेंटल क्लिनिक जो शाहकोट में पिछले लंबे समय से अपनी सेवाएं दे रहा है। हम सभी जानते हैं कि जलंधर में डॉक्टर पुरी ने जिस तरह से क्रिएशंस की हैं लंबे समय से, रूट कनाल, इम्प्लांट्स, स्माइल डिज़ाइनिंग, और एक बड़े ब्रांड हैं वो, और उनकी ये ब्रांच है शाहकोट में। यहाँ पर हम आज बैठे हुए हैं और बात कर रहे हैं यहाँ के डॉक्टर के साथ। मैडम स्वागत है आपका। थैंक यू सर। मैडम क्या कहना चाहेंगे कि आल दो ये ब्रांच है लेकिन यहाँ पर सेवाएं हम लोग वैसे ही दे रहे हैं। यहाँ पर जलंधर में है, हम रूट कनाल की बात कर लें, हम लोग डेंटल इम्प्लांट्स की बात कर लें, स्माइल डिजाइनिंग की बात कर लें, वेनियर्स की बात कर लें, थंब सकिंग की बात कर लें बच्चों की, तो हम लोग हर तरह की जो फैसिलिटी है यहाँ पर प्रोवाइड कर रहे हैं पेशेंट्स को। जी सर, हर तरह की सेवाएं हैं यहाँ पे। हर तरह के डेंटल ट्रीटमेंट्स है, जैसे कि दांतों की सफाई करना, इम्प्लांट्स ट्रीटमेंट, और भी जो लेटेस्ट डेंटल टेक्नोलॉजीज़ हैं वो भी वहाँ पे हम इंट्रोड्यूस कर रहे हैं यहाँ पे। और वैसे भी रेनोवेट हो रहा है क्लिनिक, और भी सर्जिकल प्रोसीजर स्टार्ट होने वाले हैं। क्या कहना चाहेंगे कि जब से हम आए हैं, जो एक बार डॉक्टर साहब से जुड़ गया वो जुड़ गया। आप डेंटल के डॉक्टर हैं, आप भी लंबे समय से उनके साथ हैं, और डॉक्टर पुरी जिनका मिशन ये है कि हमने लोगों को एक खुशबू देनी है, एक सर्विस देनी है। जी सर, ऐसा तो है। डॉक्टर साहब को काफ़ी टाइम से यहाँ पे सेवा कर रहे हैं शाहकोट में, और अच्छे से सारे डेंटल ट्रीटमेंट्स कर रहे हैं। स्टरलाइजेशन की बात की जाए तो बहुत अच्छे से स्टरलाइज होता है। पेशेंट्स की इन्फेक्शन ना हो, इस चीज़ का खास ध्यान रखा जाता है। क्या कहना चाहेंगे कि आज का जैसे सिनेरियो है, लोग जंक फूड्स, लोग स्टिकी फूड्स, आइसक्रीम्स, और जो ज़्यादा जो है बेकड फूड खा रहे हैं, और उसके कारण दांतों की बीमारियां भी बढ़ रही हैं, और हम लोग डॉक्टर्स भी नए नए ट्रीटमेंट्स लेकर आ रहे हैं। जी सर, डेंटल केरीज जैसे आपको पता है मोस्ट कॉमन प्रॉब्लम है, तो ये सारी बातों का ध्यान रखा जाता है। जब पेशेंट आता है तो उनको अवेयर किया जाता है कि जो भी उनका खाना है वो सही हो। ब्रशिंग टेक्निक्स बताई जाती हैं और मेडिसिन उस हिसाब से दी जाती हैं। हर चीज़ का ध्यान है, और पेशेंट अवेयरनेस पे हम खास ध्यान देते हैं। वैसे क्या कहना चाहेंगे कि लोग अपने दांतों को रगड़ते रहते हैं, ऐसे ऐसे करते रहते हैं बहुत बहुत देर, 10-10 मिनट। क्या कहना चाहेंगे कि ये टेक्निक है जो आप डॉक्टर एक आपको क्वालिफाइड जो समझा सकता है कि आपको टाइम कम लगाना है और आपने दांतों को किस किस तरह से साफ़ करना है, वो हम आपको टेक्निक यहाँ पर बताते हैं। जी सर, हम बताते हैं हर बार। जैसे हम पेशेंट की स्केलिंग करते हैं, कैलकुलस रिमूव करते हैं, तो पेशेंट को ब्रशिंग टेक्निक के बारे में बताया जाता है कि मोर देन 2 मिनट्स आपको ब्रश नहीं करना है, हार्ड ब्रश नहीं यूज़ करना है, जिसकी वजह से प्रॉब्लम होती है। तो सेंसिटिविटी इश्यूज़ ना आए तो हम पेशेंट को ब्रशिंग टेक्निक्स का गाइड करते हैं। जैसे हम बात कर लें, हम लोग शाहकोट में हैं क्योंकि लोगों की पुरजोर मांग थी डॉक्टर साहब को कि आप जलंधर में हैं, यहाँ का बहुत क्लाइंटेज थी उनकी। अभी भी आप लोग बोल रहे हैं, अब मोगा वाले लोग बोल रहे हैं, मोगा तक के पेशेंट आते हैं, अब वो भी बोल रहे हैं। क्या कहना चाहेंगे कि डॉक्टर साहब खुद कम्प्लीमेंट्री हैं, उनका माइंड है कि हमने लोगों को एक सेवा देनी है, और यही कारण है कि वो प्रोसीजर्स बढ़िया करते हैं और उनके रेट्स भी कम हैं, क्योंकि वो लोग पुराने हैं। उनको जितनी भी कंपनीज़ हैं, इम्प्लांट्स की हैं, वेनियर्स की कंपनी है, वो उनके साथ डायरेक्ट टाई अप है, और यही कारण है कि डॉक्टर साहब के जो रेट्स हैं वो बहुत पॉकेट फ्रेंडली हैं। जी सर, कॉस्ट फ्रेंडली तो है ही हमारा क्लिनिक। बाकी जो इम्प्लांट्स हैं, न्यू टेक्निक्स हैं, उनके भी रेट्स हमने रीज़नेबल रखे हुए हैं एज़ कम्पेयर टू अदर क्लिनिक्स। तो यहाँ पे रेट्स भी अच्छे हैं, और पेशेंट्स भी काफ़ी दूर से आ रहे हैं, और वो भी काफ़ी लंबे समय से जो यहाँ पे पेशेंट्स आते हैं वो हमारे पेशेंट रहते हैं काफ़ी टाइम तक। बाहर एनआरआई भाइयों की बात कर लें तो लंबी चेन है, और वो अभी से ही टाइम लेना शुरू कर रहे हैं क्योंकि बहुत रश होता है उन दिनों में, और पेशेंट्स का जो भी एनआरआई आते हैं वहाँ पर डेंटल ट्रीटमेंट बहुत महंगा है। इधर हम लोग एक तो बढ़िया क्लिनिक है, और डॉक्टर साहब का हमेशा माइंड रहता है कि हमने नया नया बनाना है। आज भी जैसे हमने नई बिल्डिंग देखी है तो डॉक्टर साहब का माइंड है कि हमने इसको रेनोवेट करके एक बिल्कुल मॉडर्नाइजेशन जैसे जलंधर में दी हुई है वैसे ही हम शाहकोट में दे रहे हैं इसको।
जी सर, ऐसा तो है, जो NRI पेशेंट्स आते हैं तो उनका एक सीज़न होता है, तब आते हैं तो अच्छे से उनको भी गाइड किया जाता है, उनके लिए भी और भी फैसिलिटीज़ हैं। बाकी सब ठीक है, उनका अच्छे से अवेयर करते हैं उनको भी जब भी वो आते हैं उस सीज़न में। तो